ਉਸ ਆਖਿਆ ਵੀ ਸ਼ਰਤ ਹੈ ਕਿ ਸਮੁੰਦਰ ਦੇ ਉਹ ਮੋਤੀ ਤੂੰ ਲੈ ਕੇ ਆਉਣੇ ਨੇ ਜਿਹੜੇ ਅੱਜ ਤੱਕ ਕਿਸੇ ਇਨਸਾਨ ਨੇ, ਕਿਸੇ ਜਿੰਨ, ਕਿਸੇ ਪਰੀ ਨੇ ਨਾ ਵੇਖੇ ਹੋਣ। ਐਸੇ ਨਯਾਬ ਮੋਤੀ ਲੈ ਕੇ ਆ ਜਿਹੜੇ ਪਹਿਲੇ ਦੁਨੀਆ ਤੇ ਨਾ ਹੋਣ। ਉਹਨੇ ਆਖਿਆ ਜੀ ਉਹ ਮੈਂ ਕਿੱਥੋਂ ਲਿਆਵਾਂਗੀ? ਉਸ ਆਖਿਆ ਤੇਰਾ ਕੰਮ ਹੈ, ਅਗਰ ਤੂੰ ਇਹ ਲੈ ਆਵੇਂ ਤੇ ਅਸੀਂ ਐਪਲੀਕੇਸ਼ਨ ਕਨਫਰਮ ਤੇਰੀ ਕਰ ਦਿਆਂਗੇ। ਲਓ ਜੀ, ਇਹ ਦੀਵਾਨਾ ਫਿਰ ਵਾਪਸ ਆਪਣੇ ਝੁੱਗੀ 'ਚ ਸਾਰੀ ਰਾਤ ਪਰੇਸ਼ਾਨ, ਦੂਜੇ ਦਿਨ ਤੀਜੇ ਦਿਨ ਦੋ ਦਿਨ ਸੋਚਦਾ ਰਿਹਾ। ਫਿਰ ਇਹ ਖਿਆਲ ਆਇਆ, ਆਖਿਆ ਵੀ ਆਪਣੇ ਰੱਬ ਅੱਗੇ ਦੁਆ ਕਰਨੇ ਆ, ਅੱਗੇ ਉਸ ਕਾਲਾ ਪੱਥਰ ਮੈਨੂੰ ਦਿੱਤਾ ਹੈ ਤੇ ਇਹ ਮੋਤੀ ਵੀ ਦੇ ਦਾ। ਉਸ ਫਿਰ ਮਸੱਲਾ ਵਿਛਾ ਲਿਆ ਤੇ ਦੁਆਵਾਂ ਤੇ ਨਫਲ ਪੜ੍ਹਨੇ ਸ਼ੁਰੂ ਕਰ ਦਿੱਤੇ। ਕੋਈ ਦਿਹਾੜੀ ਇਬਾਦਤ ਕੀਤੀ, ਉਹਦੇ ਦਿਲ ਨੇ ਕਿਹਾ ਵੀ ਹੁਣ ਤੂੰ ਸਮੁੰਦਰ ਤੇ ਜਾ, ਅੱਲਾ ਤੇਰੀ ਮਦਦ ਕਰੇਗਾ। ਉਹ ਨਿਕਲਿਆ, ਕਾਫੀ ਦਿਨ ਸਫ਼ਰ ਤੋਂ ਬਾਅਦ ਸਮੁੰਦਰ ਤੇ ਪਹੁੰਚ ਗਿਆ। ਸਮੁੰਦਰ ਦੇ ਕਿਨਾਰੇ ਖਲੋ ਕੇ ਉਹਨੂੰ ਆਂਦਾ ਵੀ ਮੈਂ ਤੇਰੇ ਥੱਲਿਓਂ ਕੱਢਣੇ ਨੇ ਹੁਣ ਮੋਤੀ, ਉਹ ਜਿਹੜੇ ਅੱਜ ਤੱਕ ਕਿਸੇ ਨੇ ਲੱਭੇ। ਇਹ ਜਨਾਬ ਕੀ ਕਰੇ, ਬੁੱਕ ਭਰੇ ਤੇ ਉਧਰ ਰੋੜੇ, ਬੁੱਕ ਭਰੇ ਤੇ ਸਮੁੰਦਰ ਤੋਂ ਬਾਹਰ ਕੱਢੇ ਵੀ ਪਾਣੀ ਖੁਸ਼ਕ ਕਰਾਂ ਸਮੁੰਦਰ ਦਾ ਤੇ ਥੱਲਿਓਂ ਮੋਤੀ ਨਿਕਲਣ। ਬਈ ਕਦੀ ਬੁੱਕਾਂ ਨਾਲ ਵੀ ਸਮੁੰਦਰ ਖਾਲੀ ਹੋਏ ਨੇ, ਲੇਕਿਨ ਇਹ ਸਾਡੇ ਵਾਸਤੇ ਵੀ, ਜਿਹਨੂੰ ਲਗਨ ਲੱਗੀ ਹੋਵੇ ਨਾ, ਉਹਦੇ ਵਾਸਤੇ ਪਹਾੜ ਵੀ ਛੋਟੇ ਹੁੰਦੇ ਨੇ ਤੇ ਸਮੁੰਦਰ ਵੀ ਟੋਏ ਦੇ ਬਰਾਬਰ ਹੀ ਹੁੰਦੇ ਨੇ। ਲੱਗਾ ਰਿਹਾ 1 ਦਿਨ 2 ਦਿਨ, ਜਦੋਂ ਥੱਕ ਜੇ ਬਹਿ ਜੇ ਫਿਰ ਉੱਠ ਕੇ ਬੁੱਕਾਂ ਨਾਲ ਪਾਣੀ ਬਾਹਰ ਕੱਢਣ ਲੱਗ ਪਏ। ਸਮੁੰਦਰ ਨੂੰ ਕੀ ਫਰਕ ਪੈਂਦਾ ਬੁੱਕਾਂ ਨਾਲ? ਪਰ ਇੱਕ ਦਿਨ ਥੱਕ ਗਿਆ ਇੰਨਾ ਕਿ ਹੱਥ ਉਹਦੇ ਬੇਕਾਰ ਹੋ ਗਏ, ਬਾਜ਼ੂ ਬੇਕਾਰ ਹੋ ਗਏ ਪਾਣੀ ਚੱਟ ਚੱਟ ਕੇ। ਇੰਨਾ ਅੰਦਰੋਂ ਤੰਗ ਹੋਇਆ, ਆਸਮਾਨ ਵੱਲੋਂ ਵੇਖਿਆ, ਦੁਆ ਕੀਤੀ, ਮੌਲਾ ਮੈਨੂੰ ਮੋਤੀ ਚਾਹੀਦੇ। ਰੱਬ ਵੀ ਉਸ ਟਾਈਮ ਕਿਧਰੇ ਇਹਦੀ ਦੁਆ ਵਾਸਤੇ ਹੀ ਇੰਤਜ਼ਾਰ ਵਿੱਚ ਸੀ। ਪਾਣੀ ਦੀ ਐਡੀ ਵੱਡੀ ਲਹਿਰ ਉੱਠੀ ਸਮੁੰਦਰ 'ਚੋਂ, ਜੇ ਕਿਨਾਰੇ ਨਾਲ ਟਕਰਾਈ ਨਾ ਤੇ ਮੋਤੀਆਂ ਦਾ ਢੇਰ ਲੱਗ ਗਿਆ ਬਾਹਰ। ਪਾਣੀ ਵਾਪਸ ਚਲਾ ਗਿਆ ਤੇ ਮੋਤੀ ਬਾਹਰ ਰਹਿ ਗਏ। ਉਹ ਐਸੇ ਮੋਤੀ ਕਿ ਉਹਨਾਂ ਦੀ ਚਮਕ ਜਿਹੜੀ ਹੈ ਨਾ ਬੰਦੇ ਦੇ ਅੱਖਾਂ ਨੂੰ ਅੰਨੀਆਂ ਕਰੇ। ਇਹਨੇ ਉਦੋਂ ਵਾਹ ਨਾਲ ਝੋਲੀ ਭਰ ਲਈ ਮੋਤੀਆਂ ਦੀ, ਪੁਰਲੀ ਬਣ ਕੇ ਪਿੱਛੇ ਪਾਈ ਤੇ ਅੱਲਾ ਦਾ ਸ਼ੁਕਰ ਅਦਾ ਕਰਦਾ ਨੇ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ। ਲੋ ਜੀ, ਇਹ ਹੁਣ ਵਾਪਸੀ ਉਹ ਹਫ਼ਤਾ ਠੁਰਦਾ ਰਿਹਾ ਗਰੀਬ ਤੇ ਵਾਪਸ ਪਹੁੰਚਿਆ ਆਪਣੀ ਸਲਤਨਤ ਤੇ। ਸੁਬਾਹ ਦਰਬਾਰ ਲੱਗਾ ਤੇ ਇਹਨੇ ਜਾ ਕੇ ਮੋਤੀਆਂ ਦਾ ਝੋਲੀ ਦੜਾ ਬਾਦਸ਼ਾਹ ਦੇ ਦਰਬਾਰ 'ਚ ਸੁੱਟੀ। ਇੰਨੀ ਕਿ ਚਮਕ ਉਹਨਾਂ ਮੋਤੀਆਂ ਦੀ ਕਿ ਪੂਰਾ ਦਰਬਾਰ ਹੀ ਰੋਸ਼ਨ ਹੋ ਗਿਆ। ਹਰ ਬੰਦਾ ਹੀ ਉੱਠ ਕੇ ਪਰੇਸ਼ਾਨ ਵੀ ਇਹ ਚੀਜ਼ਾਂ ਇਸ ਕਿੱਥੋਂ ਲੈਂਦੀਆਂ ਨੇ। ਬਾਦਸ਼ਾਹ ਮੋਤੀ ਵੇਖੇ, ਵਜ਼ੀਰ ਵੇਖੇ, ਉਸ ਆਖਿਆ ਵੀ ਵਾਕਈ ਇਹ ਤੇ ਨਾਯਾਬ ਮੋਤੀ ਨੇ। ਸਾਰਿਆਂ ਸੋਚਿਆ ਕਿ ਇਹਦਾ ਅੱਲਾ ਇਹਦੀ ਮਦਦ ਕਰਦਾ ਪਿਆ। ਉਹਨਾਂ ਕਿਹਾ ਜੀ ਹੁਣ ਵਜ਼ੀਰ ਕਹਿੰਦਾ ਜੀ, ਬਾਦਸ਼ਾਹ ਕਹਿੰਦਾ ਵੀ ਠੀਕ ਹੈ, ਅਸੀਂ ਸ਼ਹਿਜ਼ਾਦੀ ਨੂੰ ਪੁੱਛਣਾ ਅਗਰ ਉਹ ਚਾਹੇ ਨਾ ਅਸੀਂ ਤੇਰੀ ਸ਼ਾਦੀ ਕਰਦੇ ਹਾਂ, ਲੇਕਿਨ ਸਾਡੀ ਇੱਕ ਸ਼ਰਤ ਹੋਰ ਰਹਿ ਗਈ। ਜੇ ਤੀਸਰੀ ਇਹਨਾਂ ਗੱਲ ਕੀਤੀ, ਫਕੀਰ ਦੇ ਹੱਥ ਪੈਰ ਸੁੰਨ ਹੋ ਗਏ। ਉਸ ਆਖਿਆ ਵੀ ਇਹਨਾਂ ਰਿਸ਼ਤਾ ਨਹੀਂ ਦੇਣਾ, ਮੈਨੂੰ ਜ਼ਲੀਲ ਕਰਦੇ ਨੇ। ਇੰਨੀ ਦੇਰ ਨੂੰ ਮਹੱਲ ਵਿੱਚ ਚੀਕਾਂ ਦੀ ਆਵਾਜ਼ ਆਉਣ ਲੱਗ ਪਈ, ਰੋਣੇ ਧੋਣੇ ਦੀ। ਪਤਾ ਕਰਾਇਆ ਗਿਆ ਵੀ ਹੋਇਆ ਕੀ ਮਹੱਲ ਵਿੱਚ। ਨੌਕਰਾਂ ਨੇ ਦੱਸਿਆ ਜੀ ਬਾਦਸ਼ਾਹਜ਼ਾਦੀ ਮਰ ਗਈ। ਉਹਨੂੰ ਕੀ ਹੋਇਆ? ਉਹਨਾਂ ਦੱਸਿਆ ਜੀ ਉਹਨੂੰ ਸਮਝ ਕੋ ਨਹੀਂ ਆਈ, ਯਕਦਮ ਖਲੋਤੀ ਖਲੋਤੀ ਬੇਹੋਸ਼ ਹੋਈ ਹੈ, ਜ਼ਮੀਨ ਤੇ ਡਿੱਗੀ, ਰੂਹ ਪ੍ਰਵਾਸ ਕਰ ਗਈ। ਲੋ ਜੀ, ਮਾਹੌਲ 'ਚ ਤਫਰਾ ਤਫਰੀ ਪੈ ਗਈ। ਸਾਰੇ ਲੋਕ ਨਸ ਭੱਜ ਗਏ, ਕੋਈ ਇੱਧਰ ਕੋਈ ਉੱਧਰ। ਬਾਦਸ਼ਾਹ ਆਪਣੀ ਬੇਟੀ ਵੱਲ ਚਲਾ ਗਿਆ। ਬਾਦਸ਼ਾਹ ਤਾਂ ਜਿਵੇਂ ਪਾਗਲ ਹੀ ਹੋ ਗਿਆ। ਇਹ ਦਰਵੇਸ਼ ਵੀ ਪਾਗਲ ਹੋ ਗਿਆ। ਇਸ ਆਖਿਰ ਜਿਹਦੇ ਵਾਸਤੇ ਇਤਨੀ ਮੈਂ ਕੋਸ਼ਿਸ਼ ਤਵੱਦੋ ਕਰਦਾ ਹਾਂ ਵੀ ਉਹ ਹੀ ਨਹੀਂ ਰਹੀ ਦੁਨੀਆ ਤੇ। ਇਹ ਮਹੱਲ ਦੇ ਬਾਹਰ ਜਾ ਕੇ ਬਹਿ ਗਿਆ। ਨਾ ਇਹਦਾ ਦਿਲ ਕਰੇ ਬਾਗ ਵੱਲ ਜਾਣੇ ਤੇ ਨਾ ਇਹਦਾ ਦਿਲ ਕਰੇ ਆਪਣੀ ਚੌਂਪੜੀ 'ਤੇ ਜਾਣੇ ਵਾਸਤੇ। ਬੜਾ ਬੇਸਕੂਨ, ਬੜੀ ਬੇਸਕੂਨੀ ਇਹਨੂੰ। ਇਹ ਨਾ ਉਹਨੂੰ ਜਦੋਂ ਇਹਦਾ ਜਨਾਜ਼ਾ ਲੈ ਕੇ ਗਏ ਨਾ ਸ਼ਹਿਜ਼ਾਦੀ ਦਾ, ਇਹ ਜਨਾਜ਼ੇ ਦੇ ਪਿੱਛੇ ਪਿੱਛੇ ਲੋਕਾਂ ਦੇ ਨਾਲ ਇਹ ਵੀ ਕਬਰਸਤਾਨ ਵਿੱਚ ਇਸ ਆਪਣੀ ਅੱਖਾਂ ਨਾਲ ਵੇਖਿਆ ਸ਼ਹਿਜ਼ਾਦੀ ਨੂੰ ਦਫਨਾਉਂਦਿਆਂ। ਕਬਰ ਉਹਦੀ ਵੇਖ ਹੋਇਆ। ਸਾਰੇ ਲੋਕ ਵਾਪਸ ਆ ਕੇ ਦਫਨਾ ਕੇ, ਇਹ ਵੀ ਵਾਪਸ ਆ ਗਿਆ।
ਇਹ ਰਾਤ ਇਸ ਝੌਂਪੜੀ 'ਚ ਨਾ ਇਹਨੂੰ ਸਕੂਨ ਕੋਈ ਨਾ ਆਵੇ। ਇਹਨੂੰ ਇੰਝ ਹੀ ਲੱਗੇ ਵੀ ਮੇਰੀ ਬਾਦਸ਼ਾਹਜ਼ਾਦੀ ਮਰ ਨਹੀਂ ਸਕਦੀ। ਇਹਨੇ ਜਨਾਬ ਸਰਗੀ ਵੇਲੇ ਨਾ ਬੇਲਚਾ ਤੇਸਾ ਫੜਿਆ ਤੇ ਮੋਢੇ ਧਰਿਆ ਤੇ ਕਬਰਸਤਾਨ ਵੱਲ ਟੁਰ ਪਿਆ। ਉੱਥੇ ਜਾ ਕੇ ਨਾ ਇਹਨੇ ਸ਼ਹਿਜ਼ਾਦੀ ਦੀ ਕਬਰ ਉੱਤੇ ਮਿੱਟੀ ਲਾਉਣੀ ਸ਼ੁਰੂ ਕੀਤੀ। ਇਹਨੇ ਨਾ ਉਹਦੇ ਸਾਰਾ ਤਖਤੇ ਤੁਖਤੇ ਉਤੋਂ ਲਾਹ ਕੇ ਨਾ ਤੇ ਸ਼ਹਿਜ਼ਾਦੀ ਦੀ ਲਾਸ਼ ਨੂੰ ਬਾਹਰ ਕੱਢ ਕੇ